ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਗੁਰਾਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਸਨਮੁਖ ਚਬਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸ਼ਲੋਕ ਭਗਤ ਕਬੀਰ ਜੀਆਂ ਦਾ ਜੋ ਜਾਪ ਹੈ, ਆਓ ਆਪਾਂ ਪਿਆਰ ਦੇ ਨਾਲ ਵਿਆਖਿਆ ਸਹਿਤ ਸਮਝਣ ਦਾ ਯਤਨ ਕਰਦੇ ਹਾਂ। ਕਿਉਂਕਿ ਆਮ ਕਹਾਵਤ ਹੈ, ਕਹਿੰਦੇ ਵੀ ਜਦੋਂ ਵੀ ਕਬੀਰ ਸਾਹਿਬ ਦੇ ਸ਼ਲੋਕਾਂ ਦਾ ਉਚਾਰਨ ਹੁੰਦਾ ਨਾ ਅੰਮ੍ਰਿਤ ਵੇਲੇ, ਪਾਠਾਂ ਦੇ ਭੋਗਾਂ ਦੇ ਸਮੇਂ ਤੋਂ ਪਹਿਲਾਂ 1364 ਅੰਗ ਤੋਂ ਸ਼ੁਰੂਆਤ ਹੁੰਦੇ ਨੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗਾਂ ਤੋਂ। ਭਗਤ ਕਬੀਰ ਜੀ ਦੇ ਮੁਖ ਚੋਂ ਉਚਰੀ ਹੋਈ ਇਹ ਪਾਵਨ ਬਾਣੀ ਹੈ। ਆਪ ਜੀ ਨੇ ਇਸ ਪਾਵਨ ਪਵਿੱਤਰ ਬਾਣੀ ਦਾ ਸਤਿਕਾਰ ਕਰਨਾ, ਕਿਉਂਕਿ ਮੈਂ ਸਾਰਿਆਂ ਸ਼ਲੋਕਾਂ ਦੀ ਕਥਾ ਨਹੀਂ ਤੁਹਾਨੂੰ ਸੁਣਾ ਸਕਦਾ, ਨਾ ਹੀ ਮੈਂ ਕੋਈ ਕਥਾਵਾਚਕ ਹਾਂ। ਮੈਂ ਤਾਂ ਇੱਕ ਗੁਰੂ ਕਾ ਪਿਆਰਾ, ਗੁਰੂ ਕਾ ਸਿੱਖ ਹਾਂ, ਨਿਮਾਣਾ ਸਿੱਖ ਹਾਂ। ਆਪ ਜੀ ਦਾ ਦਾਸਰਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਾਸਰਾ, ਆਪ ਜੀ ਦੀ ਚਰਨ ਧੂੜ ਸਗਾ। ਕਿਉਂਕਿ ਸਾਧ ਸੰਗਤ ਦਾ ਬੜਾ ਵੱਡਾ ਹੀ ਰੁਤਬਾ ਮਹਾਰਾਜ ਦੇ। ਸਾਧ ਸੰਗਤ ਕੌਣ ਹੁੰਦੀ ਹੈ? ਜੋ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ। ਵੀ ਜਿੱਥੇ ਸਤ ਦਾ ਸੰਗ ਹੋ ਰਿਹਾ ਹੋਵੇ, ਸਾਧ ਸੰਗ ਕਹਿ ਲਓ, ਸਤ ਸੰਗ ਕਹਿ ਲਓ। ਇਸ ਕਰਕੇ ਆਓ ਆਪਾਂ ਇੱਕ ਛੋਟਾ ਜਿਹਾ ਉਪਰਾਲਾ ਕਰਦੇ ਹਾਂ। ਮੇਰੇ YouTube ਚੈਨਲ ਤੇ ਫੇਸਬੁੱਕ ਚੈਨਲ ਨੂੰ ਤੁਸੀਂ ਫਾਲੋ ਕਰਨਾ। YouTube ਚੈਨਲ ਹੈ ਜਗਸੀਰ ਸਿੰਘ ਦੇ ਨਾਮ ਤੇ, ਇਹਨੂੰ ਸਬਸਕ੍ਰਾਈਬ ਕਰਨਾ। ਸੋ ਆਓ ਆਪਾਂ ਪਿਆਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੋ ਪਾਵਨ ਬਾਣੀ ਸਰਵਣ ਕਰਨ ਦਾ ਯਤਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਭਗਤ ਕਬੀਰ ਜੀਓ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰਮੁਖ ਪਿਆਰਿਓ, ਸਮਝ ਦੇ ਵਿੱਚ ਆ ਗਿਆ ਵੀ ਇਹ ਸ਼ਲੋਕ ਭਗਤ ਕਬੀਰ ਜੀ ਨੇ ਉਚਾਰਨ ਕੀਤੇ ਹੋਏ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਰੀ ਬਾਣੀ ਦਾ ਮੂਲ, ਜਿਸ ਨੂੰ ਅਸੀਂ ਮੂਲ ਮੰਤਰ ਵੀ ਕਹਿੰਦੇ ਹਾਂ। ਕਹਿੰਦੇ ਵਾਹਿਗੁਰੂ ਇੱਕ ਹੈ ਤੇ ਅਕਾਲ ਪੁਰਖ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਜਦੋਂ ਉਹਦੀ ਕਿਰਪਾ ਹੋ ਜਾਂਦੀ ਹੈ ਨਾ, ਉਹ ਫਿਰ ਮਨੁੱਖ ਦੇ ਅੰਦਰੋਂ ਹੀ ਪੈਦਾ ਹੁੰਦਾ, ਪ੍ਰਗਟ ਹੁੰਦਾ ਹੈ। ਕਬੀਰ ਸਾਹਿਬ ਜੀ ਨੇ ਪਹਿਲਾ ਸ਼ਲੋਕ ਉਚਾਰਨ ਕੀਤਾ, ਫਰਮਾਉਂਦੇ ਨੇ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਸ਼ਰਾਮ। ਕਬੀਰ ਸਾਹਿਬ ਕਹਿੰਦੇ ਨੇ ਸਿਮਰਨੀ ਦਾ ਮਤਲਬ ਹੁੰਦਾ ਵੀ ਮਾਲਾ ਨੂੰ ਕਿਹਾ ਕਬੀਰ ਸਾਹਿਬ ਨੇ। ਦੇਖੋ, ਕੋਈ 108 ਮਣਕਿਆਂ ਦੀ ਮਾਲਾ ਫੇਰਦਾ ਹੈ, ਕੋਈ ਕਿੰਨਿਆਂ ਦੀ ਫੇਰਦਾ ਹੈ। ਸਿਮਰਨੀ ਕਿਹਾ ਮਾਲਾ, ਤੇ ਰਸਨਾ ਕਿਹਾ ਜੀਵ ਨੂੰ, ਜੀਵ ਉੱਤੇ
ਇੱਥੇ ਸਮਝਾਉਂਦੇ ਨੇ, ਕਬੀਰ ਸਾਹਿਬ ਕਹਿ ਰਹੇ ਨੇ, ਕਹਿੰਦੇ ਭਾਈ ਵੀ ਮੇਰੀ ਜੀਭ ਉੱਤੇ ਰਾਮ ਦਾ ਨਾਮ ਵਸ ਰਿਹਾ ਹੈ, ਇਹੀ ਮੇਰੀ ਮਾਲਾ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾ ਸੁਖ ਵਿਸ਼ਰਾਮ। ਕਹਿੰਦੇ ਭਾਈ ਵੀ ਆਦ ਹੁੰਦਾ, ਵੀ ਆਦ ਦਾ ਮਤਲਬ ਹੈ ਵੀ ਜਗਤ ਦੇ ਸ਼ੁਰੂ ਤੋਂ, ਜਦੋਂ ਜਗਤ ਸ਼ੁਰੂ ਵੀ ਨਹੀਂ ਹੋਇਆ ਸੀ, ਆਦ ਵੀ ਜਦੋਂ ਕੁਝ ਵੀ ਨਹੀਂ ਸੀ, ਜੁਗਾਦ ਵੀ ਯੁੱਗਾਂ ਦੇ ਸ਼ੁਰੂ ਤੋਂ, ਆਦ ਜੁਗਾਦੀ ਵੀ ਯੁੱਗਾਂ ਦੇ ਸ਼ੁਰੂ ਤੋਂ ਜਦੋਂ ਯੁੱਗ ਸ਼ੁਰੂ ਹੋਏ, ਜਿਸ ਤਰ੍ਹਾਂ ਦੇਖੋ ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਇਹ 4 ਯੁੱਗ ਨੇ। ਵੀ ਯੁੱਗਾਂ ਦੇ ਸ਼ੁਰੂ ਤੋਂ, ਤਾਕ ਉਹਦਾ ਮਤਲਬ ਹੁੰਦਾ ਹੈ ਵੀ ਉਸ ਰਾਮ ਦਾ, ਉਸ ਪ੍ਰਭੂ ਦਾ ਨਾਮ, ਵਿਸ਼ਰਾਮ ਹੁੰਦਾ ਟਿਕਾਊ, ਸ਼ਾਂਤੀ, ਅਡੋਲਤਾ। ਤੇ ਸਤਿਗੁਰੂ ਕਹਿੰਦੇ ਵੀ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ, ਸਾਰੇ ਭਗਤ ਜਿੰਨੇ ਵੀ ਸ੍ਰਿਸ਼ਟੀ ਦੇ ਉੱਪਰ ਹੋਏ ਨੇ, ਕਹਿੰਦੇ ਉਸ ਦਾ ਨਾਮ, ਇਹੀ ਨਾਮ ਸਿਮਰਦੇ ਆਏ ਹਨ, ਉਹ ਪਰਮਾਤਮਾ ਦਾ। ਆਦ ਜੁਗਾਦੀ ਸਗਲ ਭਗਤ, ਸਗਲ ਦਾ ਮਤਲਬ ਵੀ ਸਾਰੇ ਭਗਤ, ਵੀ ਜਦੋਂ ਤੋਂ ਇਹ ਸ੍ਰਿਸ਼ਟੀ ਦੀ ਸਾਜਨਾ ਹੋਈ ਹੈ, ਆਦ ਤੋਂ ਲੈ ਕੇ ਯੁੱਗਾਂ ਜਗੰਤਰਾਂ ਤੱਕ, ਤ੍ਰੇਤਾ ਦੁਆਪਰ ਸਤਿਯੁਗ, ਤਾਕੋ ਸੁਖ ਵਿਸ਼ਰਾਮ। ਕਹਿੰਦੇ ਇਹੀ ਨਾਮ ਸਿਮਰਦੇ ਆਏ ਹਨ, ਤੇ ਉਸ ਨਾਮ ਦੀ ਬਰਕਤ ਨਾਲ ਭਗਤਾਂ ਲਈ ਉਹ ਨਾਮ ਹੀ ਸੁਖ ਅਤੇ ਸ਼ਾਂਤੀ ਦਾ ਕਾਰਨ ਹੈ। ਵੀ ਉਹਨਾਂ ਦਾ ਇਤਨਾ ਸਹਿਜ ਅਵਸਥਾ ਦੇ ਵਿੱਚ ਕਿਵੇਂ ਆਏ ਉਹ ਭਗਤ, ਸਹਿਜ ਅਵਸਥਾ ਕਿਸ ਤਰ੍ਹਾਂ ਪ੍ਰਾਪਤ ਹੋਈ, ਉਹਨਾਂ ਨੇ ਆਪਣੀ ਰਸਨਾ ਨੂੰ, ਆਪਣੀ ਜੀਭਾ ਨੂੰ ਮਾਲਾ ਬਣਾ ਲਿਆ, ਇਹਦੇ ਨਾਲ ਜਪਿਆ, ਚਾਹੇ ਰਾਮ ਕਿਹਾ, ਚਾਹੇ ਅੱਲਾ ਕਿਹਾ, ਚਾਹੇ ਗੌੜ ਕਿਹਾ। ਹੁਣ ਸਾਨੂੰ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸਾਜਿਆ ਹੋਇਆ ਖਾਲਸਾ ਪੰਥ ਜਦੋਂ ਅੰਮ੍ਰਿਤਪਾਨ ਗੁਰਮੁਖ ਕਰਵਾਉਂਦੇ ਨੇ, ਉਦੋਂ ਕਹਿੰਦੇ ਆ ਵੀ ਭਾਈ ਮੂਲ ਮੰਤਰ ਦਾ ਜਾਪ ਕਰਨਾ ਹੈ, ਗੁਰਮੰਤਰ ਦਾ ਜਾਪ ਕਰਨਾ ਹੈ, ਤੇ ਜਿਹੜੇ ਪੜ੍ਹੇ ਲਿਖੇ ਨੇ 5 ਬਾਣੀਆਂ ਦਾ ਨਿਤਨੇਮ ਕਰਨਾ, ਤੇ ਮੂਲ ਮੰਤਰ ਦਾ ਜਾਪ ਤਾਂ ਕਰਦੇ ਹੀ ਰਹਿਣਾ ਹੈ, ਚਾਹੇ ਗੁਰਮੰਤਰ ਜਪ ਲਓ, ਚਾਹੇ ਮੂਲ ਮੰਤਰ ਜਪਦੇ ਰਹੋ, ਕੰਮ ਕਰਦੇ ਵੀ ਸਿਮਰ ਸਕਦੇ ਹਾਂ। ਵੀ ਇਹ ਸ਼ਾਂਤੀ ਜੋ ਅੰਦਰ ਦੀ ਅਡੋਲਤਾ, ਸਹਿਜ ਅਵਸਥਾ ਤਾਂ ਹੀ ਤੈਨੂੰ ਪ੍ਰਾਪਤ ਹੋਵੇਗੀ। ਅੱਗੇ ਫਰਮਾਉਂਦੇ ਨੇ ਅਗਲੇ ਸ਼ਲੋਕ ਦੇ ਵਿੱਚ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ। ਕਹਿੰਦੇ ਨੇ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇਹਾ। ਕਬੀਰ ਸਾਹਿਬ ਕਹਿੰਦੇ ਭਾਈ, ਕੌ ਦਾ ਮਤਲਬ ਹੁੰਦਾ ਵੀ ਮੇਰੀ ਜਿਹੜੀ ਕਬੀਰ ਦੀ ਜਿਹੜੀ ਜਾਤ ਸੀ, ਜਲਾਹਿਆਂ ਦੇ ਘਰ ਦਾ ਜਨਮ ਹੋਇਆ ਕਬੀਰ ਸਾਹਿਬ ਦਾ। ਖੱਡੀਆਂ ਬੁਣਨੀਆਂ, ਤਾਣੇ ਬੁਣਨੇ, ਕੱਪੜਾ ਬੁਣਨਾ ਕਹਿਣ ਤੋਂ ਭਾਵ, ਕਹਿੰਦੇ ਨੇ ਵੀ ਹਰੇਕ ਬੰਦਾ ਹੱਸਣ ਦਾ ਆਦੀ ਸੀ, ਵੀ ਮੇਰੀ ਜਾਤ ਨੂੰ, ਵੀ ਯਾਰ ਦੇਖੋ ਇੱਕ ਖੱਡੀਆਂ ਬੁਣਨ ਵਾਲਾ, ਇੱਕ ਜਲਾਹਿਆਂ ਦਾ ਮੁੰਡਾ, ਜਲਾਹਿਆਂ ਦਾ ਬੱਚਾ। ਕਬੀਰ ਸਾਹਿਬ ਜੀ ਫਰਮਾ ਰਹੇ ਨੇ, ਕਹਿੰਦੇ ਵੀ ਮੇਰੀ ਜਾਤ ਨੂੰ ਹਰੇਕ ਬੰਦਾ ਹੱਸਦਾ ਹੁੰਦਾ ਸੀ, ਭਾਵ ਵੀ ਜਲਾਹਿਆਂ ਦੀ ਜਾਤ ਦਾ, ਜਾਤ ਨੂੰ ਹਰ ਕੋਈ ਮਖੌਲ ਹੀ ਕਰਦਾ ਸੀ। ਕਹਿੰਦਾ ਪਰ ਮੈਂ ਬੜੇ ਭਾਗਾਂ ਵਾਲਾ ਹਾਂ, ਅਸੀਂ ਬੜੇ ਭਾਗਾਂ ਵਾਲੇ ਹਾਂ। ਬਲਿਹਾਰੀ ਇਸ ਜਾਤ ਕੋ
ਜਿਹ ਜਪਿਓ ਸਿਰਜਣਹਾਰ। ਕਹਿੰਦਾ ਵੀ ਬਲਿਹਾਰੀ ਹੁੰਦਾ ਸਦਕੇ ਜਾਣਾ, ਵੀ ਮੈਂ ਸਦਕੇ ਜਾਂਦਾ ਜਿਸ ਦੀ ਰਾਹੀਂ, ਵੀ ਜਿਸ ਜਾਤ ਵਿੱਚ ਜੰਮ ਕੇ, ਵੀ ਮੈਂ ਜਲਾਹਿਆਂ ਦੇ ਘਰ ਵਿੱਚ ਜਨਮ ਲੈ ਕੇ, ਪਰ ਹੁਣ ਮੈਂ ਇਸ ਜਾਤ ਤੋਂ ਸਦਕੇ ਜਾਂਦਾ ਹਾਂ, ਵੀ ਜਿਸ ਜਾਤ ਨੂੰ ਹਰ ਕੋਈ ਟਿੱਚਰ ਕਰਦਾ ਸੀ, ਮਖੌਲ ਕਰਦਾ ਸੀ, ਸਾਰਾ ਜਗਤ ਹੱਸਦਾ ਸੀ ਇਸ ਜਾਤ ਨੂੰ ਵੇਖ ਕੇ, ਵੀ ਖੱਡੀਆਂ ਬੁਣਦੇ ਐ, ਤਾਣੀਆਂ ਬੁਣਦੇ ਐ, ਕੱਪੜਾ ਬੁਣਦੇ ਐ। ਸਦਕੇ ਹਾਂ ਕਿਉਂਕਿ ਇਸ ਵਿੱਚ ਜੰਮ ਕੇ ਮੈਂ ਕਰਤਾਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਅੱਲਾ ਖੁਦਾ ਦੀ ਬੰਦਗੀ ਕੀਤੀ ਹੈ ਤੇ ਆਤਮ ਸੁਖ ਮਾਣ ਰਿਹਾ ਹਾਂ। ਤੇ ਫਿਰ ਤੀਸਰੇ ਸ਼ਲੋਕ ਵਿੱਚ ਮਹਾਰਾਜ ਜੀ ਕਹਿੰਦੇ ਨੇ, ਕਬੀਰ ਡਗਮਗ ਕਿਆ ਕਰਹਿ, ਕਹਾਂ ਡੁਲਾਵੋ ਜਿਉ, ਸਰਬ ਸੁਖ ਕੋ ਨਾਇਕੋ, ਰਾਮ ਨਾਮ ਰਸ ਪੀਓ। ਇੱਥੇ ਕਹਿੰਦੇ ਨੇ, ਕਬੀਰ ਡਗਮਗ ਕਿਆ ਕਰਹਿ, ਕਹਾਂ ਡੁਲਾਵੋ ਜਿਉ। ਕਿਆ ਡਗਮਗ ਕਰਹਿ, ਇਹਦਾ ਮਤਲਬ ਹੈ ਵੀ ਤੂੰ ਕਿਉਂ ਡੋਲਦਾ ਹੈ, ਤੂੰ ਕਿਉਂ ਜਕੋ ਤੱਕੇ ਕਰਦਾ ਹੈ, ਪ੍ਰਭੂ ਦੀ ਭਗਤੀ ਤੋਂ ਤੂੰ ਕਿਉਂ ਜੀ ਚਰਾਉਂਦਾ ਹੈ। ਹਰ ਇੱਕ ਇਨਸਾਨ ਦਾ ਜੀ ਚਰਾਇਆ ਜਾਂਦਾ। ਦੇਖੋ ਜਦੋਂ ਨਾ ਅੰਮ੍ਰਿਤ ਵੇਲੇ ਜਾਗ ਵੀ ਆਉਂਦੀ ਹੈ, ਬੜੇ ਕਹਿੰਦੇ ਹੈ ਜੀ ਜਾਗ ਵੀ ਆ ਜਾਂਦੀ ਹੈ, ਦਿਲ ਵੀ ਕਰਦਾ, ਪਰ ਮਨ ਕਹਿ ਦਿੰਦਾ ਪੈ ਜਾ, ਹਜੇ ਸੰਦੇਹ ਥੱਕੇ ਹੋਏ ਆ, ਹਜੇ ਹੋਰ ਆਰਾਮ ਕਰਦੀ। ਕਬੀਰ ਸਾਹਿਬ ਕਹਿੰਦੇ ਭਾਈ ਵੀ ਸੁੱਖ ਦੀ ਖਾਤਰ ਪਰਮਾਤਮਾ ਨੂੰ ਵਿਸਾਰ ਕੇ ਹੋਰ ਕਿਹੜੇ ਪਾਸੇ ਮਨ ਨੂੰ ਭਟਕਾ ਰਿਹਾ ਹੈ, ਪਰਮਾਤਮਾ ਦੀ ਯਾਦ ਵੱਲੋਂ ਕਿਉਂ ਜੱਕੇ ਤੱਕੇ ਕਰਦਾ ਹੈ। ਜਿਹੜੇ ਸਾਰਿਆਂ ਸੁੱਖਾਂ ਦਾ ਆਗੂ ਹੈ, ਨਾਇਕੋ ਦਾ ਭਾਵ ਹੁੰਦਾ ਆਗੂ, ਮਾਲਕ। ਕਹਿੰਦੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀ, ਇਹ ਨਾਮ ਹੀ ਸਾਰਿਆਂ ਸੁੱਖਾਂ ਦਾ ਪ੍ਰੇਰਕ ਹੈ ਤੇ ਸਾਰੇ ਸੁੱਖ ਪਰਮਾਤਮਾ ਆਪ ਹੀ ਦੇਣ ਜੋਗਾ ਹੈ। ਅੱਗੇ ਫਰਮਾਉਂਦੇ ਨੇ, ਕਹਿੰਦੇ ਨੇ, ਕਬੀਰ ਕੰਚਨ ਕੇ ਕੁੰਡਲ ਬਨੇ, ਉਪਰ ਲਾਲ ਜੜਾਊ, ਦਿਸਹਿ ਦਾਦੇ ਕਾਨ ਜਿਉ, ਜਿਨ ਮਨ ਨਾਹੀ ਨਾਉ। ਕਹਿੰਦੇ ਨੇ ਕਬੀਰ ਕੰਚਨ ਕੇ ਕੁੰਡਲ ਬਨੇ, ਉੱਪਰ ਲਾਲ ਜੜਾ। ਕੰਚਨ ਹੁੰਦਾ ਸੋਨਾ, ਕੁੰਡਲ ਵੀ ਕੰਨਾਂ ਵਿੱਚ ਪਾਉਣ ਵਾਲੇ ਬਾਲੇ ਗੋਲ ਦੀ ਤਰ੍ਹਾਂ ਹੁੰਦੇ, ਦੇਖੋ ਕੰਨਾਂ ਵਿੱਚ ਪਾਏ ਹੁੰਦੇ ਆ। ਕਹਿੰਦੇ ਉਹਨਾਂ ਉੱਤੇ ਲਾਲ ਜੜੇ ਹੋਣ। ਕਹਿ ਰਹੇ ਨੇ, ਕਹਿੰਦੇ ਜੇ ਸੋਨੇ ਦੇ ਬਾਲੇ ਬਣੇ ਹੋਏ ਹੋਣ, ਉਹਨਾਂ ਬਾਲਿਆਂ ਦੇ ਉੱਪਰ ਲਾਲ ਜੜੇ ਹੋਣ ਤੇ ਇਹ ਬਾਲੇ ਲੋਕਾਂ ਦੇ ਕੰਨਾਂ ਵਿੱਚ ਪਾਏ ਹੋਣ, ਕਹਿੰਦੇ ਫਿਰ ਉਹ ਇਸ ਤਰ੍ਹਾਂ ਦਿਸੇ ਦਾਦੇ ਕਾਨ ਜਿਉ। ਕਾਨ ਦਾ ਮਤਲਬ ਹੁੰਦਾ ਕਾਨੇ। ਆ ਸਰਕੜੇ ਨੂੰ ਦੇਖੋ ਪਹਿਲਾਂ ਜਲਾਇਆ ਜਾਂਦਾ, ਜਦੋਂ ਉਹਨੂੰ ਵੱਢਣਾ ਨਾ ਤਰੀਕਾ ਹੈ। ਕਹਿੰਦੇ ਵੀ ਦਿਸੇ ਦਾਦੇ ਕਾਨ ਜਿਉ, ਜਿਨ ਮਨ ਨਾਹੀ ਨਾਉ। ਕਹਿੰਦੇ ਵੀ ਦਿਸੇ ਦਾ ਮਤਲਬ ਇਹ ਦਿਸਦੇ ਹਨ, ਦਾਦੇ ਹੁੰਦਾ ਸੜੇ ਹੋਏ ਕਾਨੇ, ਕਾਨ ਹੁੰਦੇ ਨੇ ਕਾਨੇ,
ਆਪਾਂ ਕਹਿ ਦਿੰਦੇ ਹਾਂ ਸਰਕੜੇ ਦੇ ਕਾਨਿਆਂ ਨੂੰ ਦੇਖੋ, ਪਹਿਲਾਂ ਜਲਾਉਂਦੇ ਨੇ, ਅੱਗ ਲਾਈ ਜਾਂਦੀ ਹੈ ਸਰਕੜੇ ਨੂੰ, ਉਹ ਫਿਰ ਉਸ ਦੇ ਕਾਨੇ ਨੇ ਨਾ ਜਿਹੜੇ, ਜੋ ਉਸ ਦੇ ਡੰਡੇ ਹੁੰਦੇ ਹੈ, ਕਾਨੀਆਂ ਹੁੰਦੀਆਂ ਕਹਿ ਲਈਏ, ਉਹ ਫਿਰ ਚਮਕਦੀਆਂ। ਦਿਸੇ ਦਾਦੇ ਕਾਨ ਜਿਉਂ, ਕਹਿੰਦੇ ਜਿਸ ਤਰ੍ਹਾਂ, ਕਹਿੰਦੇ ਪਰ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਨਹੀਂ ਨਾ ਵਸਦਾ, ਕਬੀਰ ਸਾਹਿਬ ਜੀ ਕਹਿ ਰਹੇ ਨੇ, ਉਹਨਾਂ ਦੇ ਇਹ ਕੁੰਡਲ ਸੜੇ ਹੋਏ ਕਾਨਿਆਂ ਵਾਂਗ ਦਿਸਦੇ ਨੇ। ਚਾਹੇ ਉਹਨਾਂ ਦੇ ਕੰਨਾਂ 'ਚ ਸੋਨੇ ਦੇ ਕੁੰਡਲ ਪਾਏ ਹੋਣ, ਉੱਤੇ ਲਾਲ ਜੜੇ ਹੋਣ, ਪਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਨਾ ਵਸਦਾ, ਉਹਦੇ ਹੁਕਮ ਦੇ ਵਿੱਚ ਨਹੀਂ ਨਾ ਜੀਵਨ ਜਿਉਂ ਰਹੇ, ਕਹਿੰਦੇ ਉਹ ਭਾਈ ਫਿਰ ਇਹ ਕੁੰਡਲ ਕਹਿੰਦੇ ਸੜੇ ਹੋਏ ਕਾਨਿਆਂ ਵਾਂਗ ਦਿਸਦੇ ਹਨ, ਜੋ ਬਾਹਰੋਂ ਤਾਂ ਲਿਸ਼ਕਦੇ ਨੇ ਪਰ ਅੰਦਰੋਂ ਸੁਆਹ ਹੋਏ ਹੁੰਦੇ ਹਨ। ਦਿਸੇ ਦਾਦੇ ਕਾਨ ਜਿਉਂ ਜਿਨ ਮਨ ਨਾਹੀ ਨਾਮ। ਹੁਣ ਗੁਰਮੁਖ ਪਿਆਰਿਓ, ਇਹ 4 ਸ਼ਲੋਕ ਇੱਥੋਂ ਤੱਕ ਪਾਤਸ਼ਾਹ ਜੀ ਨੇ ਉਚਾਰਨ ਕੀਤੇ, ਤੇ 5ਵੇਂ ਸ਼ਲੋਕ ਦੇ ਵਿੱਚ ਪਾਤਸ਼ਾਹ ਕਹਿ ਰਹੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖ ਚੋਂ ਇਹ ਬਚਨ ਉਚਾਰਨ ਹੁੰਦੇ ਨੇ। ਫਰਮਾਉਂਦੇ ਨੇ ਪਾਤਸ਼ਾਹ, ਕਬੀਰ ਐਸਾ ਏਕ ਆਦ, ਜੋ ਜੀਵਤ ਮਿਰਤਕ ਹੋਏ, ਨਿਰਭੈ ਹੋਏ ਕੈ ਗੁਣ ਰਵੈ, ਯਤ ਪੇਖਾਉ ਤਤ ਸੋਏ। ਏਕ ਆਦ ਦਾ ਮਤਲਬ ਹੁੰਦਾ ਵੀ ਇੱਕ ਅੱਧਾ ਬਿਰਲਾ ਕੋਈ ਮਨੁੱਖ। ਮਿਰਤਕ ਦਾ ਮਤਲਬ ਹੁੰਦਾ ਮੁਰਦਾ, ਵੀ ਦੁਨੀਆ ਦੇ ਮੁਰਦੇ ਆ ਉਹ ਨਹੀਂ ਹੁੰਦਾ, ਵੀ ਜੋ ਮੁਰਦਾ ਉਹਨੂੰ ਵੀ ਕਿਹਾ ਜਾਂਦਾ। ਕਬੀਰ ਸਾਹਿਬ ਕਹਿੰਦੇ ਵੀ ਜਿਸ ਦਾ ਦੁਨਿਆਵੀ ਰਸਾਂ ਵੱਲੋਂ, ਸੁੱਖਾਂ ਵੱਲੋਂ ਬੇਪਰਵਾਹ, ਦੁਨੀਆ ਦੇ ਰਸਾਂ ਵੱਲੋਂ ਮੁਰਦਾ, ਦੁਨਿਆਵੀ ਸੁੱਖਾਂ ਵੱਲੋਂ ਬੇਪਰਵਾਹ, ਕਹਿੰਦੇ ਨੇ ਇਹ ਕਬੀਰ ਅਜਿਹਾ ਕੋਈ ਬਿਰਲਾ ਹੀ ਮਨੁੱਖ ਹੁੰਦਾ ਹੈ ਜੋ ਦੁਨਿਆਵੀ ਸੁੱਖਾਂ ਵੱਲੋਂ ਬੇਪਰਵਾਹ ਰਹੇ, ਸੁੱਖ ਮਿਲੇ ਚਾਹੇ ਦੁੱਖ ਆਵੇ, ਉਹ ਨਿਰਭਉ, ਵੀ ਨਿਰਭੈ ਦੇ ਵਿੱਚ ਹੋ, ਨਿਰਭੈ ਹੋ ਕੇ ਨਾ, ਵੀ ਬਿਨ ਭੈ ਤੋਂ ਰਹਿਤ, ਨਿਰਭੈ ਹੋਏ ਕੈ ਗੁਣ ਰਵੈ, ਜਤ ਪੇਖਾਉ ਤਤ ਸੋਇ। ਕਹਿੰਦੇ ਨਿਰਭੈ ਦਾ ਮਤਲਬ ਹੁੰਦਾ ਨਿਡਰ, ਨਿਡਰ ਵੀ ਸੁੱਖ ਮਿਲੇ ਚਾਹੇ ਦੁੱਖ ਵਾਪਰੇ, ਇਸ ਗੱਲ ਦੀ ਪ੍ਰਵਾਹ ਨਾ ਹੋਵੇ। ਰਵੈ ਦਾ ਮਤਲਬ ਹੈ ਵੀ ਸਿਮਰੇ, ਚਾਹੇ ਉਹ ਦੁੱਖ ਵਿੱਚ ਹੋਵੇ ਚਾਹੇ ਸੁੱਖ ਵਿੱਚ ਹੋਵੇ। ਨਿਰਭੈ ਹੋਏ ਕੈ ਗੁਣ ਰਵੈ, ਵੀ ਉਹਦੇ ਗੁਣਾਂ ਨੂੰ ਚੇਤੇ ਕਰਦਾ ਹੋਵੇ। ਜਤ ਵੇਖੋ ਜਤ ਪੇਖਾਉ ਤਤ ਸੋ, ਕਹਿੰਦੇ ਭਾਈ ਤਤ ਦਾ ਮਤਲਬ ਹੁੰਦਾ ਤੱਤਰ ਉਧਰ, ਕਹਿੰਦੇ ਇਸ ਗੱਲ ਦੀ ਪ੍ਰਵਾਹ ਨਾ ਕਰਦਾ ਹੋਇਆ ਉਸ ਪਰਮਾਤਮਾ ਦੇ ਗੁਣ ਗਾਵੇ, ਜਿਸ ਨੂੰ ਮੈਂ ਜਿੱਧਰ ਵੇਖਦਾ ਹਾਂ ਉਹ ਉਧਰ ਹੀ ਮੌਜੂਦ ਹੈ। ਇਹ 5 ਸ਼ਲੋਕਾਂ ਦੀ ਜੋ ਵਿਆਖਿਆ ਆਪਾਂ ਪੜ੍ਹੀ, ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਅੱਗੇ ਲੜੀ ਜੋੜਦੇ ਚੱਲਾਂਗੇ, ਤੁਸੀਂ ਪਿਆਰ ਬਖਸ਼ਦੇ ਜਾਇਓ। ਚੈਨਲ ਨੂੰ ਸਬਸਕ੍ਰਾਈਬ ਕਰਿਓ, ਸੁਣਿਓ। ਗੁਰੂ ਪਿਆਰਿਓ, ਸੁਣਨਾ ਮਹਾਰਾਜ ਜੀ ਨੇ ਕਿਹਾ ਨਾ, ਦੇਖੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਸੁਣਿਆ ਦੁੱਖ ਪਾਪ ਕਾ ਨਾਸ, ਕਹਿੰਦੇ ਸੁਣਨ ਦੇ ਨਾਲ ਭਾਈ ਦੁੱਖਾਂ ਤੇ ਪਾਪਾਂ ਦਾ ਨਾਸ ਹੁੰਦਾ ਹੈ। ਆਪ ਜੀ ਦਾ ਦਾਸ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ। ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।